ਜੀ ਆਇਆਂ ਨੂੰ ਖੁਸ਼ਾਮਦੀਦ। ਕਿਸਾਨ ਵੀਰੋ, ਪਸ਼ੂ ਪਾਲਣ ਨਾਲ ਜੁੜੇ ਤੁਹਾਡੇ ਸਵਾਲਾਂ ਦੇ ਹੱਲ ਲੱਭਣ ਦੀ ਫਿਰਾਕ ਵਿੱਚ ਲੱਗਿਆ ਪੀਟੀਸੀ ਨਿਊਜ਼ ਦਾ ਇੱਕ ਖਾਸ ਉਪਰਾਲਾ ਅਸੀਸ ਡੇਅਰੀ ਫਾਰਮ ਹੈਲਪਲਾਈਨ ਸੀਜ਼ਨ 3 ਲੈ ਹਾਜ਼ਰ ਹਾਂ ਮੈਂ। ਤੇ ਜੋ ਨੰਬਰ ਤੁਹਾਡੀ ਸਕਰੀਨ ਤੇ ਆ ਰਿਹਾ ਜੋ ਕਿ 8699037369, ਇਸ ਉੱਤੇ ਤੁਸੀਂ ਮਿਸਡ ਕਾਲ ਕੀਤੀ ਜਾਂ WhatsApp ਕੀਤਾ। ਸਾਡੀ ਟੀਮ ਨੇ ਤੁਹਾਡੇ ਨਾਲ ਸੰਪਰਕ ਕੀਤਾ ਤੇ ਪਸ਼ੂ ਪਾਲਣ ਨਾਲ ਜੁੜੇ ਤੁਹਾਡੇ ਸਵਾਲ ਜਾਣੇ। ਤੇ ਅੱਜ ਦਾ ਜੋ ਵਿਸ਼ਾ ਹੈ ਉਹ ਬਹੁਤ ਹੀ ਅਹਿਮ ਵਿਸ਼ਾ ਹੈ। ਕਿਸਾਨ ਵੀਰਾਂ ਦੇ ਆਰਥਿਕ ਨੁਕਸਾਨ ਨਾਲ ਜੁੜਿਆ ਵਿਸ਼ਾ ਹੈ, ਜੋ ਕਿ ਹੈ ਪਸ਼ੂਆਂ ਨਾਲ ਜੁੜੀ ਇੱਕ ਅਹਿਮ ਬਿਮਾਰੀ ਐਨੀਸਟਸ, ਯਾਨੀ ਕਿ ਪਸ਼ੂਆਂ ਦਾ ਹੀਟ ਵਿੱਚ ਨਾ ਆਉਣਾ। ਜਿਸ ਬਾਰੇ ਗੱਲ ਕਰਨ ਲਈ ਸਾਡੇ ਨਾਲ ਅਸੀਸ ਤੋਂ ਨੇ ਡਾਕਟਰ ਲਖਵੀਰ ਸਿੰਘ। ਡਾਕਟਰ ਸਾਹਿਬ, ਜੀ ਆਇਆਂ ਨੂੰ, ਬਹੁਤ ਬਹੁਤ ਸਵਾਗਤ ਹੈ ਤੁਹਾਡਾ। ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ, ਹੁਣ ਤਾਂ ਮੈਨੂੰ ਲੱਗਦਾ ਕਿ ਤੁਹਾਡਾ ਚਿਹਰਾ ਜਦੋਂ ਸਕਰੀਨ ਤੇ ਆਉਂਦਾ ਹੋਏਗਾ, ਸਾਰੇ ਕਿਸਾਨ ਵੀਰਾਂ ਨੂੰ ਇਹ ਜਿਹਨੂੰ ਕਹਿੰਦੇ ਅਨੁਮਾਨ ਹੋਵੇਗਾ ਕਿ ਤੁਸੀਂ ਉਹਨਾਂ ਦੇ ਸਵਾਲਾਂ ਦੇ ਬਿਲਕੁਲ ਸਹੀ ਤਰੀਕੇ ਨਾਲ ਜਿਹੜੇ ਉਹ ਜਵਾਬ ਜ਼ਰੂਰ ਦਿਓਗੇ ਤੇ ਉਹ ਬਿਲਕੁਲ ਮੁਤਮਈਨ ਹੋਣਗੇ। ਬਿਲਕੁਲ। ਤੇ ਅੱਜ ਦਾ ਜਿਹੜਾ ਵਿਸ਼ਾ ਹੈ ਜਿਵੇਂ ਕਿ ਕਿਹਾ ਐਨੀਸਟਸ, ਪਹਿਲੇ ਤਾਂ ਇਹੀ ਜਾਨਣਾ ਚਾਹਾਂਗਾ ਕਿ ਐਨੀਸਟਸ ਜੋ ਹੈ ਉਹ ਹੈ ਕੀ ਬਿਮਾਰੀ ਹੈ? ਬਿਲਕੁਲ ਨਿਖਿਲ ਜੀ, ਜਿਹੜਾ ਅੱਜ ਦਾ ਸਾਡਾ ਵਿਸ਼ਾ ਹੈ ਬੜਾ ਇੰਪੋਰਟੈਂਟ ਵਿਸ਼ਾ ਹੈ, ਕਿਉਂਕਿ ਐਨੀਸਟਸ ਇੱਕ ਅਜਿਹੀ ਬਿਮਾਰੀ ਹੈ ਜਾਂ ਪਸ਼ੂਆਂ ਦੇ ਵਿੱਚ ਅਜਿਹੀ ਇੱਕ ਸਮੱਸਿਆ ਪੈਦਾ ਕਰਦੀ ਹੈ ਜਿਹੜੀ ਸਾਡੇ ਬਹੁਤ ਭਾਰੀ ਨੁਕਸਾਨ ਦਾ ਕਾਰਨ ਬਣ ਜਾਂਦਾ ਅੱਗੇ ਜਾ ਕੇ। ਜੇ ਆਪਾਂ ਨੋਰਮਲ ਗੱਲ ਕਰਦੇ ਹਾਂ ਤਾਂ ਸਾਡਾ ਜਿਹੜਾ ਪਸ਼ੂ ਹੈ ਉਹ 21 ਦਿਨ ਬਾਅਦ ਹੇਹੇ 'ਚ ਆਉਂਦਾ, ਜਿਹਨੂੰ ਆਪਾਂ ਈਸਟਰਸ ਸਾਈਕਲ ਕਹਿੰਦੇ ਹਾਂ। ਉਹ 21 ਦਿਨ ਬਾਅਦ ਹੇਹੇ 'ਚ ਆਉਂਦਾ। ਜਿਹਦੀ ਉਹਦੇ ਆਪਾਂ ਮੋਟੀ ਵਿੰਡੋ ਦੀ ਗੱਲ ਕਰੀਏ ਤਾਂ 18 ਦਿਨ ਤੋਂ ਲੈ ਕੇ 24 ਦਿਨ ਦੇ ਵਿੱਚ ਸਾਡੇ ਪਸ਼ੂ ਨੂੰ ਨੋਰਮਲ ਹੀਟ ਦੇ ਵਿੱਚ ਆ ਜਾਣਾ ਚਾਹੀਦਾ, ਜੇ ਉਹਦਾ ਸਾਈਕਲ ਠੀਕ ਹੈ। ਜਿਹੜਾ ਇਹ ਹੀਟ ਦਾ ਸਾਈਕਲ ਹੈ ਇਹਨੂੰ ਅਲੱਗ-ਅਲੱਗ ਹਾਰਮੋਨ ਜਿਹੜੇ ਆ ਉਹ ਬਣਾ ਕੇ ਰੱਖਦੇ ਆ। ਜਿਹਦੇ ਪਾਰਟਸ ਦੀ ਗੱਲ ਕਰੀਏ ਆਪਾਂ ਤਾਂ ਸਭ ਤੋਂ ਪਹਿਲਾਂ ਪ੍ਰੋ ਈਸਟਰਸ ਹੁੰਦਾ, ਫਿਰ ਈਸਟਰਸ ਹੁੰਦਾ, ਮੈਟ ਈਸਟਰਸ ਤੇ ਡਾਈ ਈਸਟਰਸ। ਇਹ ਚਾਰ ਅਲੱਗ-ਅਲੱਗ ਹਿੱਸਿਆਂ ਦੇ ਵਿੱਚ ਵੰਡਿਆ ਹੁੰਦਾ ਜਿਹੜਾ ਪੂਰਾ ਹੀਟ ਦਾ ਸਾਈਕਲ ਆ। ਜਦੋਂ ਸਾਡਾ ਪਸ਼ੂ ਹੀਟ 'ਚ ਆਉਂਦਾ ਤਾਂ ਸਾਡੇ ਕਿਸਾਨ ਵੀਰ ਨੋਰਮਲੀ ਉਹਦੀ ਨੈਚੁਰਲ ਸਰਵਿਸ ਕਰਾ ਦਿੰਦੇ ਆ ਜਾਂ AI ਕਰਾ ਦਿੰਦੇ ਆ। ਤਾਂ ਜਦੋਂ ਉਹਦਾ 21 ਦਿਨ ਟੱਪ ਜਾਂਦੇ ਆ, ਜਦੋਂ ਆਪਾਂ ਕਹਿੰਦੇ ਬਾਈਆ ਟੱਪ ਗਿਆ, ਆਪਣੇ ਲੋਕ ਕਹਿੰਦੇ ਬਾਈਆ ਟੱਪ ਗਿਆ, ਤੇ ਕਿਸਾਨ ਵੀਰ ਨੂੰ ਬੜੀ ਖੁਸ਼ੀ ਹੁੰਦੀ ਵੀ ਮੇਰਾ ਜਿਹੜਾ ਪਸ਼ੂ ਆ ਉਹ ਗੱਭਣ ਹੋ ਗਿਆ, ਰਹਿ ਗਿਆ, ਹੁਣ ਇਹਦੇ ਫਿਊਚਰ ਬਾਰੇ ਸੋਚੀਏ, ਆਪਣੇ ਉਹ ਦੁੱਖ ਸੁੱਖ ਦਾ ਸਾਥੀ ਬਣੂਗਾ ਅੱਗੇ ਜਾ ਕੇ। ਪਰ ਕਈ ਵਾਰ ਪਸ਼ੂ ਫਿਰ 21 ਦਿਨ ਬਾਅਦ ਰਿਪੀਟ ਹੋ ਜਾਂਦਾ ਦੁਬਾਰਾ, ਤਾਂ ਉਹ ਉਹਨੂੰ ਸਾਰਾ ਪ੍ਰੋਸੀਜਰ ਫਿਰ ਸੇਮ ਫੋਲੋ ਕਰਨਾ ਪੈਂਦਾ, ਟੀਕਾ ਭਰਾਉਣਾ ਪੈਂਦਾ। ਜਦ 2 ਤੋਂ ਵੱਧ ਵਾਰ ਆਪਾਂ ਕਿਸੇ ਪਸ਼ੂ ਨੂੰ, ਕਿਸੇ ਸੂਏ ਹੋਏ ਪਸ਼ੂ ਨੂੰ 2 ਤੋਂ ਵੱਧ ਵਾਰ AI ਕਰਾਉਣੇ ਆ ਤਾਂ ਅਸੀਂ ਨਹੀਂ, ਠਹਿਰਨ ਤੋਂ ਬਾਅਦ ਅਸੀਂ ਕਹਿੰਦੇ ਵੀ ਸਾਡਾ ਪਸ਼ੂ ਰਿਪੀਟ ਹੋ ਗਿਆ। ਇੱਕ ਸਮੱਸਿਆ ਹੋਰ ਹੁੰਦੀ ਹੈ ਜਿਹਦੇ 'ਚ ਪਸ਼ੂ ਸਾਡਾ ਬਿਲਕੁਲ ਥੋੜ੍ਹੇ ਹੀਟ ਦੇ ਲੱਛਣ ਦਿਖਾਉਂਦਾ, ਤਾਂ ਉਹਨੂੰ ਆਪਾਂ ਕਹਿ ਦਿੰਦੇ ਹਾਂ ਵੀ ਸਾਇਲੈਂਟ ਹੀਟ ਹੋ ਗਈ, ਪਸ਼ੂ ਜਿਹੜਾ ਖੁੱਲ੍ਹ ਕੇ ਹੀਟ 'ਚ ਨਹੀਂ ਆਇਆ। ਤੀਸਰੀ ਤੇ ਅਹਿਮ ਸਮੱਸਿਆ ਜਿਹੜਾ ਸਾਡਾ ਅੱਜ ਦਾ ਵਿਸ਼ਾ ਹੈ ਉਹ ਹੈ ਐਨੀਸਟਰਸ। ਐਨੀਸਟਰਸ ਦਾ ਮਤਲਬ ਕੀ ਆ ਵੀ ਜਿਹੜਾ ਸਾਡਾ ਪਸ਼ੂ ਆ ਉਹ ਦੇਖਣ ਨੂੰ ਫਿਜ਼ੀਕਲੀ ਬਹੁਤ ਠੀਕ ਆ, ਸਭ ਕੁਝ ਖਾਂਦਾ ਪੀਂਦਾ ਓਕੇ ਆ, ਪਰ ਸਾਡਾ ਪਸ਼ੂ ਹੀਟ 'ਚ ਨਹੀਂ ਆਉਂਦਾ। ਕਾਰਨ ਉਹਦੇ ਬਹੁਤ ਸਾਰੇ ਹੈ, ਪਰ ਹੀਟ 'ਚ ਨਹੀਂ ਆਉਂਦਾ। ਸਾਡੇ ਫਾਰਮਰ ਵੀਰ ਨੇ AI ਜਾਂ ਨੈਚੁਰਲ ਸਰਵਿਸ ਕਰਾਈ ਤਾਂ 3-4 ਮਹੀਨੇ ਬਾਅਦ ਜਾਂ 5 ਮਹੀਨੇ ਬਾਅਦ ਪਸ਼ੂ ਨੂੰ ਜਦੋਂ ਕਿਸੇ ਮਾਹਰ ਡਾਕਟਰ ਤੋਂ ਚੈੱਕ ਕਰਾਉਂਦਾ ਤਾਂ ਡਾਕਟਰ ਹੱਥ ਪਾ ਕੇ ਚੈੱਕ ਕਰਕੇ ਦੱਸਦਾ ਯਾਰ ਤੁਹਾਡਾ ਪਸ਼ੂ ਤਾਂ ਖਾਲੀ ਹੈ। ਤਾਂ ਉਸ ਸਮੇਂ ਜਦੋਂ 5-6 ਮਹੀਨੇ ਲੋਸ 'ਚ ਚਲਾ ਜਾਂਦਾ ਫਾਰਮਰ, ਤਾਂ ਉਸ ਨੂੰ ਪਤਾ ਲੱਗਦਾ ਮੇਰਾ ਪਸ਼ੂ ਜਿਹੜਾ ਐਨੀਸਟਸ ਦਾ ਸ਼ਿਕਾਰ ਹੋ ਗਿਆ, ਐਨੀਸਟਸ ਬਿਮਾਰੀ ਦਾ ਸ਼ਿਕਾਰ ਹੋ ਗਿਆ, ਜਿਹਦੇ ਕਰਕੇ ਸਾਨੂੰ ਪਤਾ ਹੀ ਨਹੀਂ ਲੱਗਾ ਸਾਡਾ ਪਸ਼ੂ ਹੀਟ 'ਚ ਆਇਆ ਹੀ ਨਹੀਂ, ਤੇ ਜਿਹੜਾ ਅੱਗੇ ਜਾ ਕੇ ਸਾਡੇ ਲਈ ਬਹੁਤ ਨੁਕਸਾਨ ਦਾ ਕਾਰਨ ਬਣਦਾ। ਮਤਲਬ ਇੱਕ ਤਰ੍ਹਾਂ ਨਾਲ ਵੇਖਿਆ ਜਾਏ, ਤੁਸੀਂ ਕਹਿ ਰਹੇ ਹੋ ਕਿ ਲੱਛਣ ਕੋਈ ਐਜ਼ ਇਟ ਇਜ਼ ਉਹਦੇ ਨਜ਼ਰ ਨਹੀਂ ਆਉਂਦੇ, ਪਰ ਬਾਅਦ 'ਚ ਜਾ ਕੇ 4-6 ਮਹੀਨੇ ਬਾਅਦ ਜਾ ਕੇ ਕਿਸਾਨ ਵੀਰ ਨੂੰ ਪਤਾ ਲੱਗਦਾ ਹੈ ਕਿ ਐਨੀਸਟਸ ਦਾ ਸ਼ਿਕਾਰ ਹੋ ਗਿਆ। ਪਰ ਇਹਦੇ ਜਿਹੜੇ ਮੁੱਖ ਕਾਰਨ, ਜਿਵੇਂ ਤੁਸੀਂ ਕਿਹਾ ਬਹੁਤ ਸਾਰੇ ਕਾਰਨ ਹੁੰਦੇ ਨੇ, ਪਰ ਬੇਸਿਕਲੀ ਜੇ ਥੋੜ੍ਹਾ ਵਿਸਤਾਰ 'ਚ ਦੱਸਣਾ ਚਾਹੋ ਕੀ ਕਾਰਨ ਰਹਿੰਦੇ ਨੇ? ਇਹਦੇ ਕਾਰਨਾਂ ਦੀ ਜੇ ਆਪਾਂ ਗੱਲ ਕਰੀਏ ਨਾ ਜੀ, ਕਾਰਨਾਂ ਦੇ ਵਿੱਚ ਸਭ ਤੋਂ ਪਹਿਲਾਂ ਤਾਂ ਨਿਊਟ੍ਰੀਸ਼ਨਲ ਕੋਈ ਦਿੱਕਤ ਆ ਗਈ ਪਸ਼ੂ ਦੇ ਵਿੱਚ। ਇਸ ਤੋਂ ਇਲਾਵਾ ਜਿਹੜਾ ਵਾਤਾਵਰਨ ਦਾ ਟੈਂਪਰੇਚਰ ਆ ਬਹੁਤ ਜ਼ਿਆਦਾ ਹੀਟ ਸਟ੍ਰੈਸ ਹੋ ਗਈ, ਉਹਦੇ ਕਰਕੇ ਵੀ। ਇਸ ਤੋਂ ਇਲਾਵਾ ਬਹੁਤ ਹਾਈ ਲੋਡ ਆ ਪੈਰਾਸਾਈਟਸ ਦਾ, ਜੇ ਉਹਦੇ ਅੰਦਰ ਪੈਰਾਸਾਈਟ ਬਹੁਤ ਆ, ਡਿਵਰਮਿੰਗ ਵਗੈਰਾ ਸਹੀ ਸਮੇਂ 'ਤੇ ਨਹੀਂ ਕੀਤੀ ਤਾਂ ਉਹ ਵੀ ਕਾਰਨ ਬਣਦਾ। ਅਤੇ ਜਾਂ ਕੋਈ ਡਿਜ਼ੀਜ਼ ਕੰਡੀਸ਼ਨ ਹੋ ਗਈ, ਉਹ ਡਿਜ਼ੀਜ਼ ਵੀ ਇੱਕ ਕਿਸੇ ਨਾ ਕਿਤੇ ਜਾ ਕੇ ਇਹਦਾ ਕਾਰਨ ਬਣਦੀ ਹੈ। ਜੇ ਆਪਾਂ ਛੋਟੇ ਪਸ਼ੂਆਂ ਜਿਹਨੂੰ ਝੋਟੀਆਂ ਜਾਂ ਕੱਟੀਆਂ ਵੱਛੀਆਂ ਕਹਿ ਦਈਏ ਆਪਾਂ, ਉਹਨਾਂ ਵਿੱਚ ਗੱਲ ਕਰੀਏ ਤਾਂ ਦੇਖਣ ਨੂੰ ਫਿਜ਼ੀਕਲੀ ਉਹ ਬੋਡੀ ਤੋਂ ਫਿੱਟ ਹੁੰਦੀਆਂ, ਪਰ ਜਦੋਂ ਆਪਾਂ ਉਹਦੀ ਐਗਜ਼ਾਮੀਨੇਸ਼ਨ ਕਰਦੇ ਹਾਂ, ਪਰ ਰੈਕਟਲ ਐਗਜ਼ਾਮੀਨੇਸ਼ਨ ਕਰਦੇ ਹਾਂ ਹੱਥ ਪਾ ਕੇ, ਤਾਂ ਸਾਨੂੰ ਪਤਾ ਲੱਗਦਾ ਵੀ ਜਿਹੜੀਆਂ ਉਹਦੀਆਂ ਓਵਰੀਆਂ ਆ, ਉਹ ਓਵਰੀਆਂ ਦੇ ਉੱਤੇ ਜਿਹੜਾ ਉਹਦਾ ਸਾਈਜ਼ ਆ ਬਹੁਤ ਛੋਟਾ, ਜਿਹੜੀ ਆਂਡੇਦਾਨੀ ਉਹਦਾ ਸਾਈਜ਼ ਛੋਟਾ ਵਾ, ਬਿਲਕੁਲ ਸਮੂਥ ਆ, ਜਾਂ ਕੀ ਹੈ ਵੀ ਉਹਦੇ ਉੱਤੇ ਕੋਈ ਕਾਰਪਸ ਲਿਊਟਮ ਜਿਹਨੂੰ CL ਕਹਿੰਦੇ ਉਹ ਨਹੀਂ ਬਣਿਆ ਹੋਇਆ, ਜਾਂ ਕੋਈ ਫੋਲੀਕਲ ਹੈ ਹੀ ਨਹੀਂ। ਜੇ ਆਪਾਂ ਵੱਡੇ ਪਸ਼ੂਆਂ ਦੇ ਵਿੱਚ ਇਹਦੇ ਕਾਰਨ ਦਾ ਗੱਲ ਕਰੀਏ ਤਾਂ ਇਹਦੇ ਵਿੱਚ ਕੀ ਆ ਵੀ ਪ੍ਰੋਟੀਨ ਖਾਸ ਕਰਕੇ ਅਤੇ ਕਾਰਬੋਹਾਈਡਰੇਟਸ ਦੀ ਡੈਫੀਸ਼ੀਐਂਸੀ ਕਰਕੇ ਜਿਹੜੇ ਪਸ਼ੂ ਦੇ ਵਿੱਚ ਐਨਰਜੀ ਪੂਰੀ ਨਹੀਂ ਹੁੰਦੀ, ਇਸ ਕਰਕੇ ਪਸ਼ੂ ਇਸ ਬਿਮਾਰੀ ਦਾ ਸ਼ਿਕਾਰ ਹੋ ਜਾਂਦੇ ਆ। ਬਿਮਾਰੀਆਂ ਦੇ ਵਿੱਚ ਜਿਵੇਂ ਪਾਇਓਮੈਟਰਾ ਹੋ ਗਿਆ, ਮਿਊਕੋਮੈਟਰਾ ਹੋ ਗਿਆ,
ਜਾਂ ਫੀਟਲ ਮਮੀਫਿਕੇਸ਼ਨ ਹੋ ਗਈ ਜਿਹਦੇ ਵਿੱਚ ਬੱਚਾ ਅੰਦਰ ਹੀ ਸੜ ਜਾਂਦਾ, ਤੇ ਜਾਂ ਜਿਵੇਂ ਮੈਟਰਨਲ ਰਿਕੋਗਨਾਈਜੇਸ਼ਨ ਆਫ ਪ੍ਰੈਗਨੈਂਸੀ, ਅੰਦਰ ਬੱਚਾ ਤਾਂ ਪੈਦਾ ਹੋ ਗਿਆ ਤੇ ਮਦਰ ਨੇ ਅੰਦਰੋਂ ਰਿਕੋਗਨਾਈਜ਼ ਵੀ ਕਰ ਲਿਆ ਵੀ ਹਾਂ, ਪਰ ਉਹਦੀ ਡੈਥ ਹੋ ਗਈ ਫੀਟਸ ਦੀ ਕਿਸੇ ਕਾਰਨ ਕਰਕੇ, ਉਹਦੇ ਕਰਕੇ ਵੀ ਸਾਡਾ ਪਸ਼ੂ ਜਿਹੜਾ ਹੈਗਾ ਉਹ ਹੀਟ 'ਚ ਨਹੀਂ ਆਉਂਦਾ ਫਿਰ। ਤੇ ਸਾਨੂੰ ਲੰਮੇ ਸਮੇਂ ਬਾਅਦ ਪਤਾ ਚੱਲਦਾ ਜਦੋਂ ਵੀ ਆਪਾਂ ਕਿਸੇ ਡਾਕਟਰ ਤੋਂ, ਮਾਹਰ ਡਾਕਟਰ ਤੋਂ ਉਹਦੀ ਚੈੱਕਅਪ ਕਰਾਉਣੇ ਆ ਵੀ ਇਹ ਸਾਡਾ ਪਸ਼ੂ ਜਿਹੜਾ ਹੈਗਾ ਇਹ ਹੀਟ 'ਚ ਨਹੀਂ ਆ ਰਿਹਾ ਤੇ ਐਨੀਸਟਸ ਦਾ ਸ਼ਿਕਾਰ ਹੋ ਗਿਆ। ਪਰ ਇਹਨਾਂ ਇਸ ਬਿਮਾਰੀ ਦੇ ਐਨੀਸਟਸ ਦੇ ਕੀ ਵੱਖਰੇ ਵੱਖਰੇ ਕੋਈ ਪ੍ਰਕਾਰ ਵੀ ਹੁੰਦੇ ਨੇ? ਬਿਲਕੁਲ ਜੀ, ਵੱਖਰੇ ਵੱਖਰੇ ਪ੍ਰਕਾਰ ਵੀ ਹੁੰਦੇ ਆ। ਜਿਸ ਤਰ੍ਹਾਂ ਆਪਾਂ ਇਹਨੂੰ ਫੇਸਿਸ ਦੇ ਵਿੱਚ ਵੰਡਣਾ ਹੋਵੇ ਨਾ, ਜਿਵੇਂ ਆਪਾਂ ਕਹਿ ਲਈਏ ਦੋ ਤਰ੍ਹਾਂ ਨਾਲ ਇਹਨੂੰ ਆਪਾਂ ਆਸਾਨ ਤਰੀਕੇ ਨਾਲ ਸਮਝਣ ਲਈ ਕਰ ਸਕਦੇ ਹਾਂ, ਕਲਾਸ 1 ਤੇ ਕਲਾਸ 2 ਦੇ ਵਿੱਚ। ਕਲਾਸ 1 ਦੇ ਵੀ ਆਪਾਂ ਗੱਲ ਕਰੀਏ ਤਾਂ ਉਹਦੇ ਵਿੱਚ ਕੀ ਆ ਵੀ ਨੈਚੁਰਲੀ ਜਦੋਂ ਆਪਾਂ ਪਸ਼ੂ ਦੀ ਸਰਵਿਸ ਕਰਾਤੀ ਹੈ ਜਾਂ ਉਹਨੂੰ ਟੀਕਾ ਭਰਾਤਾ ਤਾਂ ਪਸ਼ੂ ਸਾਡਾ ਠਹਿਰ ਗਿਆ, ਉਹ ਗੱਭਣ ਹੋ ਗਿਆ, ਉਹਨੂੰ ਆਪਾਂ ਕਹਿੰਦੇ ਆ ਵੀ ਜਿਹੜਾ ਸਾਡਾ ਐਨਰਿਸਟਸ ਡਿਊ ਟੂ ਪ੍ਰੈਗਨੈਂਸੀ, ਪਸ਼ੂ ਵਿੱਚ ਐਨੀਸਟਸ, ਪਸ਼ੂ ਨੇ ਹੀਟ ਨਹੀਂ ਦਿਖਾਈ ਪ੍ਰੈਗਨੈਂਸੀ ਕਰਕੇ। ਦੂਸਰਾ ਕਾਰਨ ਆ ਵੀ ਕਿਸੇ ਵੀ ਕਾਰਨ ਕਰਕੇ ਸਰੀਰ ਦੇ ਵਿੱਚ ਕੋਈ ਕਮੀ ਰਹਿਣ ਕਰਕੇ, ਕੋਈ ਡਿਜ਼ੀਜ਼ ਕੰਡੀਸ਼ਨ ਕਰਕੇ ਪਰਸਿਸਟੈਂਟ ਸੀਐਲ ਬਣਿਆ ਰਵੇ, ਲਗਾਤਾਰ ਜਿਹੜਾ ਕਾਰਪਸ ਲਿਊਟੀਅਮ ਬਣਿਆ ਰਵੇ, ਉਹਦੇ ਕਰਕੇ ਵੀ ਜਿਹੜਾ ਸਾਡਾ ਪਸ਼ੂ ਆ ਹੀਟ 'ਚ ਨਹੀਂ ਆਉਂਦਾ। ਇਸ ਤੋਂ ਇਲਾਵਾ ਸਾਇਲੈਂਟ ਹੀਟ ਦੀ ਜਿੱਦਾਂ ਆਪਾਂ ਗੱਲ ਕੀਤੀ ਹੈ, ਜਿਹਦੇ ਵਿੱਚ ਸਾਇਲੈਂਟ ਹੀਟ ਦਿਖਾਉਂਦਾ ਸਾਨੂੰ ਪਤਾ ਹੀ ਨਹੀਂ ਚੱਲਦਾ। ਤੇ ਇਸ ਤੋਂ ਇਲਾਵਾ ਜਿਵੇਂ ਆਪਾਂ ਕਹਿੰਦੇ ਨੇ ਅਨਅਬਜ਼ਰਵੇਬਲ ਐਨੀਸਟਸ, ਮਤਲਬ ਕਿ ਸਾਡੇ ਪਸ਼ੂ ਨੇ ਹੀਟ ਦੇ ਸਾਈਨ ਤਾਂ ਸ਼ੋਅ ਕੀਤੇ ਸੀ ਬਿਲਕੁਲ ਥੋੜ੍ਹੇ ਜਿਹੇ, ਥੋੜ੍ਹੀਆਂ ਜਿਹੀਆਂ ਹਲਕੀਆਂ ਜਿਹੀਆਂ ਤਾਰਾਂ ਉਹਨੇ ਕੀਤੀਆਂ, ਉਹ ਡਿੰਗਿਆ ਨਹੀਂ ਪਸ਼ੂ ਜਾਂ ਕਿਸੇ ਉੱਪਰ ਹੋਰ ਚੜ੍ਹਿਆ ਨਹੀਂ। ਉਹਦੇ ਵਿੱਚ ਕੀ ਹੈ, ਸਾਡੇ ਕਿਸਾਨ ਵੀਰ ਉਹਨੂੰ ਅਣਦੇਖੇ ਦੇ ਵਿੱਚ ਕਿਤੇ ਉਹਨਾਂ ਨੂੰ ਸਮਝ ਨਹੀਂ ਲੱਗਦੀ ਵੀ ਸਾਡਾ ਪਸ਼ੂ ਜਿਹੜਾ ਹੀਟ 'ਚ ਆਇਆ ਸੀ। ਇਸ ਤੋਂ ਇਲਾਵਾ ਜੇ ਆਪਾਂ ਕਲਾਸ 2 ਦੀ ਗੱਲ ਕਰੀਏ, ਇਹਦੇ ਵਿੱਚ ਕੀ ਹੈ, ਇਹਨੂੰ ਆਪਾਂ ਹੱਥ ਨਾਲ ਜਦ ਚੈੱਕ ਕਰਦੇ ਹਾਂ ਸਾਨੂੰ ਪਤਾ ਲੱਗਦਾ ਵੀ ਜਿਹੜੀ ਓਵਰੀ ਦਾ, ਆਂਡੇਦਾਨੀ ਦਾ ਸਾਈਜ਼ ਆ ਉਹ ਛੋਟਾ ਹੋ ਗਿਆ, ਬਿਲਕੁਲ ਸਮੂਥ ਓਵਰੀਆਂ ਹੋ ਗਈਆਂ, ਜਾਂ ਸਮੂਥ ਓਵਰੀਆਂ ਦੇ ਵਿੱਚ ਕਿਸੇ ਪ੍ਰਕਾਰ ਦੀਆਂ ਕੋਈ ਗੰਢਾਂ ਬਣ ਗਈਆਂ। ਠੀਕ ਹੈ ਜੀ। ਇਸ ਤੋਂ ਇਲਾਵਾ ਜੇ ਆਪਣੀ ਨਿਊਟ੍ਰੀਸ਼ਨਲ ਡੈਫੀਸ਼ੀਐਂਸੀ ਹੈ, ਮੰਨ ਲਓ ਪ੍ਰੋਟੀਨ ਪੂਰੀ ਨਹੀਂ ਜਾ ਰਹੀ ਪਸ਼ੂ ਨੂੰ, ਪੂਰੇ ਉਹਦੇ ਡਰਾਈ ਮੈਟਰ ਜਿਹੜਾ ਇਨਟੇਕ ਜਾ ਰਿਹਾ ਉਹਦੇ ਵਿੱਚ, ਜਾਂ ਉਹਦਾ ਜੋ ਵੀ TMR ਜਾ ਰਿਹਾ, ਜਾਂ ਕਾਰਬੋਹਾਈਡਰੇਟ ਜਾਂ એનર્ਜੀ ਦੀ ਡੈਫੀਸ਼ੀਐਂਸੀ ਹੈ, ਤਾਂ ਜਿਹੜੀਆਂ ਸਾਡੀਆਂ ਝੋਟੀਆਂ ਨੇ ਜਾਂ ਸਾਡੀਆਂ ਬੱਚੀਆਂ ਨੇ, ਉਹਨਾਂ ਦੇ ਜਿਹੜੀ ਜਵਾਨੀ ਆਉਣੀ ਹੈ, ਜਿਹਨੂੰ ਆਪਾਂ ਪਿਊਬਰਟੀ ਕਹਿੰਦੇ ਆ, ਉਹ ਡਿਲੇ ਹੋ ਜੂਗੀ, ਉਹਦੇ ਵਿੱਚ ਵੀ ਐਨੀਸਟਸ ਦੀ ਉਹ ਸ਼ਿਕਾਰ ਹੋ ਸਕਦੇ ਆ। ਇਸ ਤੋਂ ਇਲਾਵਾ ਜਿਹੜੀਆਂ ਸੂਏ ਤੋਂ ਬਾਅਦ ਪਸ਼ੂਆਂ ਦੇ ਵਿੱਚ ਕੋਈ ਬਿਮਾਰੀ ਹੋ ਗਈ, ਕੋਈ ਦਿੱਕਤ ਆਈ ਸੀ, ਕੋਈ ਮੈਟਾਬੋਲਿਕ ਡਿਸਆਰਡਰ ਹੋਇਆ ਸੀ, ਉਹ ਵੀ ਕਿਤੇ ਨਾ ਕਿਤੇ ਕਾਰਨ ਜਾ ਕੇ ਬਣਦਾ ਵੀ ਜਿਹੜਾ ਪਸ਼ੂ ਸੂਣ ਤੋਂ ਮਗਰੋਂ ਆਪਣੇ ਸਹੀ ਸਮੇਂ ਹੀਟ ਦੇ ਵਿੱਚ ਨਹੀਂ ਆਉਂਦਾ। ਇਹਨਾਂ ਨੂੰ ਆਪਾਂ ਅਲੱਗ-ਅਲੱਗ ਕਲਾਸਾਂ ਦੇ ਵਿੱਚ ਇਸ ਤਰ੍ਹਾਂ ਵੰਡ ਸਕਦੇ ਹਾਂ। ਮਤਲਬ ਇੱਕ ਤਰ੍ਹਾਂ ਵੇਖਿਆ ਜਾਏ, ਜੇ ਸਮੇਂ ਸਿਰ ਪਸ਼ੂਆਂ ਦੀ ਜਾਂਚ ਜਿਹੜੀ ਹੈ ਮਾਹਿਰਾਂ ਤੋਂ ਕਰਾਈ ਜਾਵੇ ਤੇ ਇਹਦਾ ਜਿਹੜਾ ਹੈ ਸਮੇਂ ਸਿਰ ਪਤਾ ਵੀ ਲੱਗ ਸਕਦਾ। ਬਿਲਕੁਲ, ਆਪਾਂ ਜੇ ਸਮੇਂ ਸਿਰ ਆਪਾਂ 2 ਮਹੀਨੇ ਤੇ ਪ੍ਰੈਗਨੈਂਸੀ ਟੈਸਟ ਕਰਾਉਣੇ ਆ, ਜਾਂ ਅੱਜ ਕੱਲ੍ਹ ਜਿਵੇਂ ਬਲੱਡ ਤੋਂ ਵੀ ਪ੍ਰੈਗਨੈਂਸੀ ਚੈੱਕ ਹੁੰਦੀ ਹੈ, ਅਲਟਰਾਸਾਊਂਡੋਗ੍ਰਾਫੀ ਤੋਂ ਵੀ ਵੈਟਰਨਰੀ ਦੇ ਵਿੱਚ ਪ੍ਰੈਗਨੈਂਸੀ ਚੈੱਕ ਹੁੰਦੀ ਹੈ। ਜੇ ਅਸੀਂ 30 ਦਿਨ ਤੋਂ ਲੈ ਕੇ 2 ਮਹੀਨੇ ਦੇ ਵਿੱਚ ਇਹਨੂੰ ਡਿਟੈਕਟ ਕਰ ਲਈਏ ਵੀ ਸਾਡਾ ਪਸ਼ੂ ਗੱਭਣ ਆ ਕੇ ਖਾਲੀ ਹੈ, ਤਾਂ ਅਸੀਂ ਬਹੁਤ ਜਿਹੜਾ ਨੁਕਸਾਨ ਸਾਡਾ ਹੋ ਰਿਹਾ ਉਹ ਤੋਂ ਬਚ ਸਕਦੇ ਹਾਂ। ਕਿਉਂਕਿ ਜਿਹੜਾ ਪਸ਼ੂ ਜਿੰਨੀ ਲੇਟ ਜਾਊਗਾ, ਪਸ਼ੂ ਦਾ ਦੁੱਧ ਦੇਣ ਦੀ ਸਮਰੱਥਾ ਵੀ ਘਟ ਜਾਣੀ ਹੈ, ਪਲੱਸ ਉਹ ਜਿੰਨੇ ਲੇਟ ਜਾ ਕੇ ਪ੍ਰੈਗਨੈਂਟ ਹੋਊਗਾ ਉਹਨਾਂ ਲੇਟ ਸਾਡੇ ਕੋਲੇ ਬੱਚਾ ਆਊਗਾ, ਅਤੇ ਓਵਰਆਲ ਜਿਹੜਾ ਸਾਡਾ ਸਾਈਕਲ ਹੈ ਸਾਰਾ, ਉਹ ਸਾਰਾ ਸਾਈਕਲ ਹਿਲ ਜਾਂਦਾ। ਕਿਉਂਕਿ ਕਿੱਥੇ ਤਾਂ ਬੱਚੇ ਸਮੇਂ ਸਿਰ ਬੱਚਾ ਪੈਦਾ ਹੋਇਆ, ਉਸ ਬੱਚੇ ਨੇ ਅੱਗੇ ਉਸ ਮਾਂ ਬਣਨ ਦੇ ਕਾਬਲ ਹੋ ਜਾਣਾ, ਪਰ ਜੇ ਐਨੀਸਟਸ ਦਾ ਪਸ਼ੂ ਸ਼ਿਕਾਰ ਹੋ ਗਿਆ ਤਾਂ ਉਹਨੇ ਨਾ ਤਾਂ ਬੱਚਾ ਹੀ ਦੇਣਾ ਤੇ ਹੌਲੀ ਹੌਲੀ ਦੁੱਧ ਵੀ ਚਲੇ ਜਾਣਾ। ਬਿਲਕੁਲ, ਅੱਜ ਦਾ ਵਿਸ਼ਾ ਜਿਵੇਂ ਡਾਕਟਰ ਸਾਹਿਬ ਨੇ ਕਿਹਾ ਕਿ ਬਹੁਤ ਅਹਿਮ ਹੈ, ਕਿਉਂਕਿ ਬਹੁਤ ਭਾਰੀ ਆਰਥਿਕ ਨੁਕਸਾਨ ਜਿਹੜਾ ਕਿਸਾਨ ਵੀਰ ਨੂੰ ਵੇਖਣਾ ਪੈ ਸਕਦਾ ਹੈ ਜੇ ਉਹ ਐਨੀਸਟਸ ਜੋ ਬਿਮਾਰੀ ਹੈ, ਜਿਸ ਵਿੱਚ ਪਸ਼ੂ ਹੀਟ 'ਚ ਨਹੀਂ ਆਉਂਦਾ, ਉਸ ਨੂੰ ਉਹ ਇਗਨੋਰ ਕਰ ਦਿੰਦੇ, ਉਸ ਨੂੰ ਲੈ ਕੇ ਅਣਗਹਿਲੀ ਜਿਹੜੀ ਹੈ ਉਹ ਕਰ ਦਿੰਦੇ ਨੇ। ਤੇ ਕਿਸਾਨ ਵੀਰਾਂ ਦੇ ਸਵਾਲ ਵੀ ਡਾਕਟਰ ਸਾਹਿਬ ਅਸੀਂ ਤੁਹਾਡੇ ਤੱਕ ਪਹੁੰਚਾਵਾਂਗੇ, ਬਸ ਇੱਕ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਤੁਸੀਂ ਵੇਖਦੇ ਰਹੋ ਅਜ਼ੀਜ਼ ਡੇਅਰੀ ਫਾਰਮ ਹੈਲਪਲਾਈਨ ਸੀਜ਼ਨ 3। ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ। ਤੁਸੀਂ ਵੇਖ ਰਹੇ ਹੋ ਅਜ਼ੀਜ਼ ਡੇਅਰੀ ਫਾਰਮ ਹੈਲਪਲਾਈਨ ਸੀਜ਼ਨ 3 ਤੇ ਅੱਜ ਦਾ ਸਾਡਾ ਵਿਸ਼ਾ ਹੈ ਪਸ਼ੂਆਂ ਦੀ ਅਹਿਮ ਬਿਮਾਰੀ ਐਨੀਸਟਸ, ਯਾਨੀ ਪਸ਼ੂ ਦਾ ਹੀਟ ਵਿੱਚ ਨਾ ਆਉਣਾ, ਜਿਸ ਬਾਰੇ ਚਰਚਾ ਕਰ ਰਹੇ ਨੇ ਅਸੀਸ ਤੋਂ ਡਾਕਟਰ ਲਖਵੀਰ ਸਿੰਘ। ਡਾਕਟਰ ਸਾਹਿਬ, ਹੁਣ ਕਿਸਾਨ ਵੀਰ ਜਿਹੜੇ ਨੇ ਆਪਣੇ ਸਵਾਲ ਦੇ ਨਾਲ ਸਾਡੇ ਨਾਲ ਜੁੜ ਚੁੱਕੇ ਨੇ, ਉਹਨਾਂ ਦਾ ਸਵਾਲ ਕੀ ਹੈ ਉਹ ਜਾਣਦੇ ਹਾਂ। ਹਾਂਜੀ, ਕੀ ਨਾਂ ਹੈ ਜੀ ਤੁਹਾਡਾ, ਕਿੱਥੋਂ ਬੋਲ ਰਹੇ ਹੋ? ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਆਪਣੇ ਦੀਪ ਸਿੰਘ ਵਾਲੇ ਤੋਂ ਬੋਲਦੇ ਪਏ ਸੀ, ਲਾਜਪਾਲ 9836। ਜੀ ਜੀ, ਕੀ ਨਾਂ ਹੈ ਜੀ ਆਪਣਾ? ਲਖਵੀਰ ਸਿੰਘ ਜੀ। ਸਾਡਾ ਇਹ ਪੁੱਛਣਾ ਸੀ, ਐਨਾਸਟ ਅਤੇ ਸਾਇਲੈਂਟ ਫੀਡ ਵਿੱਚ ਕੀ ਫਰਕ ਹੁੰਦਾ ਜੀ ਐਨੀਮਲ ਦੇ? ਐਨੀਸਟਸ ਬਾਰੇ ਤਾਂ ਆਪਾਂ ਗੱਲ ਹੀ ਕਰ ਰਹੇ ਹਾਂ ਕਿ ਜਿਹੜਾ ਪਸ਼ੂ ਆ ਬਿਲਕੁਲ ਫਿਜ਼ੀਕਲੀ ਫਿੱਟ ਹੁੰਦਾ, ਪਰ ਪਸ਼ੂ ਹੀਟ ਨਹੀਂ ਦਿਖਾਉਂਦਾ, ਆਪਣੇ ਸਾਈਕਲ 'ਚ ਨਹੀਂ ਆਉਂਦਾ, 21 ਦਿਨ ਬਾਅਦ ਉਹ ਹੀਟ 'ਚ ਨਹੀਂ ਆਉਂਦਾ। ਪਰ ਜੇ ਆਪਾਂ ਸਾਇਲੈਂਟ ਹੀਟ ਦੀ ਗੱਲ ਕਰੀਏ, ਸਾਇਲੈਂਟ ਹੀਟ ਵੀ ਇੱਕ ਬਹੁਤ ਅਹਿਮ ਮੁੱਦਾ। ਸਾਇਲੈਂਟ ਹੀਟ ਦੇ ਵਿੱਚ ਕੀ ਹੁੰਦਾ, ਪਸ਼ੂ ਜਿਹੜਾ ਨਾਰਮਲ ਆਪਣੇ 21 ਦਿਨ ਬਾਅਦ ਸਾਈਕਲ ਦੇ ਵਿੱਚ ਆਉਂਦਾ, ਪਰ ਆਪਣੇ ਹੀਟ ਦੇ ਲੱਛਣ ਪੂਰੇ ਸ਼ੋਅ ਨਹੀਂ ਕਰਦਾ। ਜਿਸ ਤਰ੍ਹਾਂ ਪਸ਼ੂ ਅੜਿੰਗਦਾ ਹੁੰਦਾ ਜਾਂ ਇੱਕ ਦੂਸਰੇ ਉੱਪਰ ਚੜ੍ਹਦਾ ਵਾ, ਉਹ ਜਿਹੜੇ ਹੀਟ ਦੇ ਲੱਛਣ ਉਹ ਸ਼ੋਅ ਨਹੀਂ ਕਰਦਾ, ਬਿਲਕੁਲ ਹਲਕੀਆਂ ਜਿਹੀਆਂ ਤਾਰਾਂ ਕਰਦਾ, ਅਤੇ ਆਪਾਂ ਨੂੰ ਪਤਾ ਨਹੀਂ ਲੱਗਦਾ ਵੀ ਸਾਡਾ ਪਸ਼ੂ ਹੀਟ 'ਚ ਆਇਆ। ਖਾਸ ਕਰਕੇ ਮੱਝਾਂ ਦੇ ਵਿੱਚ ਇਹ ਬਹੁਤ ਪਰੇਸ਼ਾਨੀ ਹੁੰਦੀ ਹੈ। ਜਿਵੇਂ ਅੱਗੇ ਸੀਜ਼ਨ ਗਰਮੀ ਦਾ ਆ ਰਿਹਾ, ਗਰਮੀ ਦੇ ਵਿੱਚ ਇਹ ਦਿੱਕਤ ਬਹੁਤ ਆਊਗੀ,
ਜਿਹੜੀ ਮੱਝਾਂ ਦੇ ਵਿੱਚ ਇਹਨੂੰ ਗੁੰਗਾ ਹੇਹਾ ਵੀ ਆਪਾਂ ਕਹਿੰਦੇ ਆ। ਇਹ ਇਸੇ ਨੂੰ ਕਾਰਨਾਂ ਦੀ ਗੱਲ ਕਰੀਏ ਤਾਂ ਇਹਦੇ ਕਾਰਨ ਨਿਊਟ੍ਰੀਸ਼ਨਲ ਕਾਰਨ ਵੀ ਹੋ ਸਕਦਾ ਜਾਂ ਕੋਈ ਡਿਜ਼ੀਜ਼ ਕੰਡੀਸ਼ਨ ਵੀ ਹੋ ਸਕਦੀ ਹੈ। ਪਰ ਇਹ ਜਿਹੜੀ ਸਾਇਲੈਂਟ ਹੀਟ ਦੀ ਸਮੱਸਿਆ ਇਹ ਤਾਂ ਸਾਡੇ ਕੋਲੇ ਆ ਗਈ ਮੰਨ ਲਓ, ਪਰ ਅਸੀਂ ਇਹ ਤੋਂ ਬਹੁਤ ਆਸਾਨ ਤਰੀਕੇ ਨਾਲ ਨਿਜਾਤ ਪਾ ਸਕਦੇ ਹਾਂ ਜੇ ਸਾਡਾ ਪਸ਼ੂ ਇਹ ਲੱਛਣ ਨਹੀਂ ਸ਼ੋਅ ਕਰਦਾ। ਪਰ ਹੋਰ ਬਹੁਤ ਸਾਰੇ ਲੱਛਣ ਸਾਡਾ ਪਸ਼ੂ ਹੀਟ 'ਚ ਆਉਣ ਤੋਂ ਪਹਿਲਾਂ ਸ਼ੋਅ ਕਰਦਾ। ਸਾਇਲੈਂਟ ਹੀਟ ਦੇ ਨਾਲ ਆਪਾਂ ਨੂੰ ਉਹਨਾਂ ਲੱਛਣਾਂ ਦੇ ਬਾਰੇ ਧਿਆਨ ਬਿਲਕੁਲ ਰੱਖਣਾ ਚਾਹੀਦਾ। ਜਿਸ ਤਰ੍ਹਾਂ ਪਸ਼ੂ ਡੋਕੇ ਕਰਦਾ, ਆਪਾਂ ਕਹਿੰਦੇ ਡੋਕੇ ਕਰਦਾ, ਜਿਵੇਂ ਪਸ਼ੂ ਦੀ ਆਪਾਂ ਚਵਾਈ ਕਰਦੇ ਹਾਂ ਸਵੇਰੇ ਸ਼ਾਮ, ਉਦੋਂ 2 ਘੰਟੇ 4 ਘੰਟੇ ਅੱਗੇ ਪਿੱਛੇ ਜਿਹੜਾ ਪਸ਼ੂ ਆ ਸਾਡਾ ਉਹ ਥਣਾ ਦੇ ਵਿੱਚ ਦੁੱਧ ਲਾ ਲੈਂਦਾ। ਉਹ 2-4 ਦਿਨ ਪਹਿਲਾਂ ਹੀਟ 'ਚ ਆਉਣ ਤੋਂ ਪਹਿਲਾਂ ਦੇ ਲੱਛਣ ਆ ਵੀ ਹੁਣ ਸਾਡਾ ਪਸ਼ੂ ਹੀਟ 'ਚ ਆਊਗਾ, ਚਾਹੇ ਉਹ ਸਾਇਲੈਂਟ ਹੀਟ 'ਚ ਹੀ ਆਵੇ, ਹਲਕੀਆਂ ਜਿਹੀਆਂ ਤਾਰਾਂ ਕਰੇ, ਪਰ ਡੋਕੇ ਕਰੂਗਾ, ਪੱਠੇ ਖਾਣੇ ਘੱਟ ਕਰ ਦੂਗਾ। ਜਦੋਂ ਸਾਡਾ ਪਸ਼ੂ ਪੱਠੇ ਖਾਣੇ ਘੱਟ ਕਰੂਗਾ ਦੁੱਧ ਵੀ ਘੱਟ ਹੋਊਗਾ। ਇਸ ਤੋਂ ਇਲਾਵਾ ਵਾਰ-ਵਾਰ ਪਿਸ਼ਾਬ ਕਰੂਗਾ। ਜਦੋਂ ਅਸੀਂ ਦੇਖਦੇ ਹਾਂ ਉਹਨੂੰ ਵੀ ਸਾਡਾ ਪਸ਼ੂ ਥੋੜ੍ਹੇ ਚਿਰ ਬਾਅਦ ਪਿਸ਼ਾਬ ਕਰ ਰਿਹਾ, ਜਾਂ ਆਪਣੀ ਜਿਹੜੀ ਪੂਛ ਉਹਨੂੰ ਤਾਂ ਚੱਕੀ ਰੱਖੂਗਾ, ਥੋੜ੍ਹਾ ਸਮੇਂ ਜ਼ਿਆਦਾਤਰ ਸਮਾਂ ਪੂਛ ਨੂੰ ਤਾਂ ਚੱਕੀ ਰੱਖੂਗਾ। ਇਸ ਤੋਂ ਇਲਾਵਾ ਦੂਸਰੇ ਪਸ਼ੂਆਂ ਨੂੰ ਸੁੰਘੂਗਾ ਪਿੱਛੋਂ ਜਾ ਕੇ, ਜਾਂ ਜਿਹੜੀ ਆ ਪਸ਼ੂ ਦੀ ਸੂਕ ਆਪਾਂ ਕਹਿੰਦੇ ਆ ਉਹ ਥੱਲਿਓਂ ਸੁੱਜ ਜੂਗੀ ਥੋੜ੍ਹੀ ਜਿਹੀ, ਔਰ ਥੋੜ੍ਹੀ ਰੈੱਡ ਕਲਰ ਦੀ ਹੋ ਜੂਗੀ। ਇਹ ਲੱਛਣ ਆ ਜਿਹੜੇ ਪਸ਼ੂ ਹੀਟ 'ਚ ਆਉਣ ਤੋਂ ਪਹਿਲਾਂ ਸਾਨੂੰ ਦਿਖਾਉਂਦਾ। ਜੇਕਰ ਆਪਾਂ ਆਪਣੇ ਫਾਰਮ ਦੇ ਉੱਪਰ ਬਿਲਕੁਲ ਧਿਆਨ ਰੱਖਦੇ ਹਾਂ ਪ੍ਰੋਪਰ ਵੇ ਨਾਲ, ਤਾਂ ਅਸੀਂ ਸਾਇਲੈਂਟ ਹੀਟ ਤੋਂ ਬਚ ਸਕਦੇ ਹਾਂ, ਕਿਉਂਕਿ ਜਿਹੜੇ ਲੱਛਣ ਪਸ਼ੂ ਨੇ ਦਿਖਾਏ ਅਸੀਂ ਉਹਦੇ ਹਿਸਾਬ ਨਾਲ ਜੱਜਮੈਂਟ ਕਰ ਸਕਦੇ ਹਾਂ ਵੀ ਸਾਡਾ ਪਸ਼ੂ ਹੀਟ 'ਚ ਆਉਣ ਵਾਲਾ। ਤੇ ਇਸ ਕਰਕੇ ਕਿਸਾਨ ਵੀਰਾਂ ਨੂੰ ਮੈਂ ਬੇਨਤੀ ਕਰੂੰਗਾ ਵੀ ਖਾਸ ਕਰਕੇ ਗਰਮੀ ਦੇ ਦਿਨਾਂ ਵਿੱਚ ਆਪਣੇ ਪਸ਼ੂਆਂ ਨੂੰ ਸਵੇਰੇ ਸ਼ਾਮ ਜ਼ਰੂਰ ਦੇਖੋ। ਜੇਕਰ ਉਹਨਾਂ ਦੇ ਸੂਕ ਦੇ ਪਿੱਛੇ ਥੋੜ੍ਹੇ ਜਿਹੇ ਵੀ ਜਾਲੇ ਲੱਗੇ ਆ ਤਾਂ ਉਹਨਾਂ ਦੀ ਸਮੇਂ ਸਿਰ AI ਕਰਵਾਓ। ਬਿਲਕੁਲ, ਗਰਮੀ ਦਾ ਮੌਸਮ ਜਿਹੜਾ ਹੈ ਉਹ ਆਉਣ ਵਾਲਾ ਹੈ, ਤੇ ਇਸ ਮੌਸਮ ਦੇ ਵਿੱਚ ਜਿਵੇਂ ਡਾਕਟਰ ਸਾਹਿਬ ਨੇ ਕਿਹਾ ਜੋ ਲੱਛਣ ਨਜ਼ਰ ਆ ਰਹੇ ਨੇ, ਇਸ ਲਈ ਕਿਸਾਨ ਵੀਰੋ ਖਾਸ ਤੌਰ 'ਤੇ ਤੁਸੀਂ ਅਣਗਹਿਲੀ ਨਹੀਂ ਕਰਨੀ ਹੈ, ਕਿਉਂਕਿ ਅੱਜ ਦੀ ਕੀਤੀ ਅਣਗਹਿਲੀ ਜਿਹੜੀ ਹੈ ਉਹ ਤੁਹਾਡਾ ਕੱਲ੍ਹ ਦਾ ਬਹੁਤ ਵੱਡਾ ਆਰਥਿਕ ਨੁਕਸਾਨ ਹੋ ਸਕਦਾ ਹੈ। ਇਸ ਦੇ ਨਾਲ ਹੀ ਡਾਕਟਰ ਸਾਹਿਬ ਹੁਣ ਅਗਲੇ ਕਿਸਾਨ ਵੀਰ ਵੀ ਸਾਡੇ ਨਾਲ ਜੁੜ ਚੁੱਕੇ ਨੇ, ਉਹਨਾਂ ਦਾ ਸਵਾਲ ਕੀ ਹੈ ਉਹ ਜਾਣਦੇ ਹਾਂ। ਹਾਂਜੀ, ਕੀ ਨਾਂ ਜੀ ਤੁਹਾਡਾ, ਕਿੱਥੋਂ ਬੋਲ ਰਹੇ ਹੋ? ਹਾਂਜੀ, ਮਰਗਵੀਰ ਸਿੰਘ ਗੱਲ ਕਰ ਰਿਹਾ ਜੀ, ਪਿੰਡ ਜੰਦੀ ਨੀਅਰ ਜਗਰਾਉਂ। ਡਾਕਟਰ ਸਾਹਿਬ ਮੇਰਾ ਸਵਾਲ ਸੀਗਾ ਜੀ, ਐਨੈਸਟਸ ਨੂੰ ਠੀਕ ਕਰਨ ਲਈ ਅਸੀਂ ਕੀ ਮੈਨੇਜਮੈਂਟ ਕਰ ਸਕਦੇ ਹਾਂ? ਨਿਖਿਲ ਜੀ, ਡੇਅਰੀ ਫਾਰਮਿੰਗ ਦੇ ਵਿੱਚ ਬਹੁਤ ਸਾਰੀਆਂ ਬਿਮਾਰੀਆਂ ਨੂੰ ਆਪਾਂ ਬਹੁਤ ਹੱਦ ਤੱਕ ਮੈਨੇਜ ਕਰ ਸਕਦੇ ਹਾਂ ਜੇ ਸਾਡੀ ਮੈਨੇਜਮੈਂਟ ਵਧੀਆ। ਬਿਮਾਰੀਆਂ ਅੱਗੇ ਵੀ ਆਪਾਂ ਟੌਪਿਕ ਕਵਰ ਕੀਤੇ ਆ, ਜਿੱਦਾਂ ਮਸਟਾਈਟਸ ਹੋ ਗਈ, ਲੇਮਨੈਸ ਹੋ ਗਈ, ਰਿਪੀਟ ਬਰੀਡਿੰਗ ਹੋ ਗਈ, ਜਾਂ ਜਿਵੇਂ ਸਾਡਾ ਅੱਜ ਦਾ ਵਿਸ਼ਾ ਆ ਐਨੀਸਟਸ, ਕਿਟੋਸਿਸ ਵੀ ਕੀਤੀ ਹੈ। ਹਾਂਜੀ, ਇਹ ਬਹੁਤ ਸਾਰੀਆਂ ਅਹਿਮ ਬਿਮਾਰੀਆਂ ਜਿਨ੍ਹਾਂ ਨੂੰ ਅਸੀਂ ਆਪਣੀ ਮੈਨੇਜਮੈਂਟ ਸੁਧਾਰ ਲਈਏ ਤਾਂ ਬਹੁਤ ਹੱਦ ਤੱਕ ਸੁਧਾਰ ਸਕਦੇ ਹਾਂ। ਮੈਨੇਜਮੈਂਟ ਦੇ ਵਿੱਚ ਸੁਧਾਰਨ ਲਈ ਅਸੀਂ ਕੀ ਕਰ ਸਕਦੇ ਹਾਂ? ਜਿੱਦਾਂ ਇੱਕ ਸਭ ਤੋਂ ਇੰਪੋਰਟੈਂਟ ਜ਼ਰੂਰੀ ਗੱਲ ਆ ਵੀ ਪਸ਼ੂ ਦੀ ਜਿਹੜੀ TMR ਆਪਾਂ ਦੇ ਰਹੇ ਹਾਂ, ਉਹ ਜਾਂ ਆਪਾਂ ਕਹਿ ਲਈਏ ਡਾਈਟ ਆ, ਉਹ ਬੈਲੈਂਸ ਹੋਣੀ ਚਾਹੀਦੀ ਆ। ਉਹਦੇ 'ਚ ਭਰਪੂਰ ਮਾਤਰਾ 'ਚ ਖਣਿਜ ਹੋਣੇ ਚਾਹੀਦੇ ਆ, ਜਿਹਨੂੰ ਆਪਾਂ ਕਹਿ ਦਿੰਦੇ ਹਾਂ ਮਿਨਰਲ ਮਿਕਸਚਰ ਹੋ ਗਿਆ, ਜਾਂ ਉਹਦਾ ਜੋ ਕੈਲਸ਼ੀਅਮ ਫਾਸਫੋਰਸ ਹੋ ਗਿਆ, ਡਰਾਈ ਮੈਟਰ ਇਨਟੇਕ ਹੋ ਗਿਆ, ਉਹ ਪ੍ਰੋਪਰ ਹੋਣਾ ਚਾਹੀਦਾ। ਇਸ ਤੋਂ ਵੀ ਇਲਾਵਾ ਜਿਹੜਾ ਪਸ਼ੂ ਸੂਣ ਵਾਲਾ, ਜਿਹਦੇ ਅੱਗੇ ਆਪਾਂ ਆਲਰੇਡੀ ਟੌਪਿਕ ਵੀ ਕਵਰ ਕਰ ਚੁੱਕੇ ਹਾਂ ਡਰਾਈ ਪੀਰੀਅਡ ਦੇ ਉੱਤੇ, ਡਰਾਈ ਪੀਰੀਅਡ ਦੇ ਵਿੱਚ ਹੀ ਆਪਣੇ ਸੂਣ ਵਾਲੇ ਪਸ਼ੂ ਦਾ ਪੂਰਾ ਖਿਆਲ ਰੱਖੋ, ਕਿਉਂਕਿ ਇਹ ਬਿਮਾਰੀ ਕਿਤੇ ਨਾ ਕਿਤੇ ਉਹਦੇ ਨਾਲ ਵੀ ਜੁੜੀ ਹੋਈ ਹੈ। ਇਸ ਤੋਂ ਇਲਾਵਾ ਜਿੱਦਾਂ ਟ੍ਰਾਂਜ਼ਿਟ ਪੀਰੀਅਡ ਹੋ ਗਿਆ, ਸੂਣ ਤੋਂ 15 ਦਿਨ ਪਹਿਲਾਂ ਵਾਲਾ ਅਤੇ ਸੂਣ ਤੋਂ 15 ਦਿਨ ਬਾਅਦ ਵਾਲਾ ਸਮਾਂ, ਇਸ ਸਮੇਂ ਦਾ ਬਹੁਤ ਖਾਸ ਖਿਆਲ ਰੱਖਣਾ, ਕਿਉਂਕਿ ਇਸ ਸਮੇਂ ਦੇ ਦੌਰਾਨ ਸਾਨੂੰ ਬਹੁਤ ਸਾਰੀਆਂ ਮੈਟਾਬੋਲਿਕ ਡਿਸਆਰਡਰ ਦਾ ਸਾਹਮਣਾ ਕਰਨਾ ਪੈਂਦਾ, ਜਿਨ੍ਹਾਂ ਦੇ ਉੱਤੇ ਆਪਾਂ ਆਲਰੇਡੀ ਟੌਪਿਕ ਕਵਰ ਵੀ ਕਰ ਚੁੱਕੇ ਹਾਂ। ਇਹਨਾਂ ਬਿਮਾਰੀਆਂ ਦੇ ਕਾਰਨ ਕਰਕੇ ਵੀ ਕਿਤੇ ਨਾ ਕਿਤੇ ਸਾਡੇ ਪਸ਼ੂਆਂ ਦੇ ਵਿੱਚ ਐਨੀਸਟਸ ਦੀ ਸਮੱਸਿਆ ਆਉਂਦੀ ਹੈ। ਜੇਕਰ ਆਪਾਂ ਇਹਦੀ ਮੈਨੇਜਮੈਂਟ ਠੀਕ ਕਰਦੇ ਹਾਂ ਤਾਂ ਅਸੀਂ ਇਹ ਸਮੱਸਿਆ ਤੋਂ ਕਾਫੀ ਹੱਦ ਤੱਕ ਬਚ ਸਕਦੇ ਹਾਂ। ਇਸ ਤੋਂ ਇਲਾਵਾ ਜੇ ਅਸੀਂ ਵੱਡੇ ਫਾਰਮਰ ਹਾਂ, ਜੇ ਸਾਡੇ ਕੋਲ ਜ਼ਿਆਦਾ ਪਸ਼ੂ ਆ, ਤਾਂ ਅਸੀਂ ਆਪਣੇ ਫਾਰਮ ਉੱਪਰ ਇੱਕ ਟੀਜ਼ਰ ਬੁੱਲ ਰੱਖ ਸਕਦੇ ਹਾਂ। ਟੀਜ਼ਰ ਬੁੱਲ ਕੀ ਆ? ਸਾਨੂੰ ਹੀਟ ਡਿਟੈਕਸ਼ਨ ਕਰਨ ਦੇ ਵਿੱਚ ਬਹੁਤ ਮਦਦ ਕਰੂਗਾ। ਠੀਕ ਹੈ, ਜੇ ਅਸੀਂ ਸਮਾਲ ਫਾਰਮਰ ਆ, ਛੋਟੇ ਫਾਰਮਰਾਂ ਦੀ ਅੱਜ ਆਪਾਂ ਗੱਲ ਕਰੀਏ ਤਾਂ ਛੋਟੇ ਫਾਰਮਰਾਂ ਨੂੰ ਇਹ ਚਾਹੀਦਾ ਵੀ ਧਾਰ ਚੋਣ ਤੋਂ ਅੱਧਾ ਘੰਟਾ ਪਹਿਲਾਂ, ਅੱਧਾ ਘੰਟਾ ਬਾਅਦ 'ਚੋਂ ਆਪਣੇ ਪਸ਼ੂਆਂ ਨੂੰ ਚੰਗੀ ਤਰ੍ਹਾਂ ਓਬਜ਼ਰਵ ਕਰਨ। ਪਸ਼ੂ ਸਾਨੂੰ ਕੀ ਹਰਕਤ ਦੇ ਰਿਹਾ, ਸਾਨੂੰ ਪਤਾ ਲੱਗਦਾ ਵੀ ਜਿੱਦਾਂ ਆਪਾਂ ਪਹਿਲਾਂ ਵੀ ਗੱਲ ਕਰ ਚੁੱਕੇ ਹਾਂ ਵੀ 21 ਦਿਨ ਬਾਅਦ ਪਸ਼ੂ ਸਾਡਾ ਹੀਟ 'ਚ ਆਉਂਦਾ। ਜੇ ਸਾਡਾ ਬਾਹੀਆ ਟੱਪ ਗਿਆ ਤਾਂ ਸਾਨੂੰ ਦੇਖਣਾ ਚਾਹੀਦਾ ਵੀ ਸਾਡਾ ਪਸ਼ੂ ਕੀ ਸਾਨੂੰ ਸਿੰਪਟਮ ਦਿੰਦਾ ਵਾ। ਇਸ ਤੋਂ ਇਲਾਵਾ ਜਿਹੜੀ ਸਾਡੀ ਲੇਬਰ ਰੱਖੀ ਹੋਈ ਹੈ, ਲੇਬਰ ਨੂੰ ਆਪਾਂ ਇਨਾਮ ਵਜੋਂ ਕਹਿ ਸਕਦੇ ਵੀ ਜਿਹੜਾ ਬੰਦਾ ਸਾਨੂੰ ਹੀਟ ਲੱਭ ਕੇ ਦੇਊਗਾ ਉਹਨੂੰ 200 ਰੁਪਏ ਇਨਾਮ ਦਾ ਦੇਵਾਂਗੇ। ਆਪਣੇ ਆਪ ਲੇਬਰ ਵਾਲਾ ਪੂਛ ਚੱਕ ਕੇ ਦੇਖਦਾ ਰਹੂਗਾ ਵੀ ਪਸ਼ੂ ਸਾਡਾ ਹੀਟ 'ਚ ਤਾਂ ਨਹੀਂ ਆਇਆ। ਠੀਕ ਹੈ, ਇਹ ਬਹੁਤ ਸਾਰੇ ਮੈਨੇਜਮੈਂਟ ਟਿਪਸ ਨੇ ਜਿਹਨੂੰ ਆਪਾਂ ਅਪਣਾ ਕੇ ਇਸ ਬਿਮਾਰੀ ਤੋਂ ਜਾਂ ਹੋਰ ਡੇਅਰੀ ਨਾਲ ਸੰਬੰਧਿਤ ਬਿਮਾਰੀਆਂ ਤੋਂ ਵੀ ਨਿਜਾਤ ਪਾ ਸਕਦੇ ਹਾਂ ਕਾਫੀ ਹੱਦ ਤੱਕ। ਬਿਲਕੁਲ, ਡਾਕਟਰ ਸਾਹਿਬ ਵੱਲੋਂ ਲੱਛਣਾਂ ਬਾਰੇ ਵੀ ਦੱਸਿਆ ਗਿਆ ਤੇ ਮੈਨੇਜਮੈਂਟ ਜਿਹੜੇ ਟਿਪਸ ਨੇ ਕਿ ਕਿਵੇਂ ਫਾਰਮ ਦਾ ਰੱਖ ਰਖਾਵ ਜਿਹੜਾ ਉਹ ਚੰਗੇ ਤਰੀਕੇ ਨਾਲ ਤੁਸੀਂ ਕਰ ਸਕਦੇ ਹੋ, ਤੇ ਇਸ ਦੇ ਨਾਲ ਤੁਹਾਡਾ ਹੀ ਫਾਇਦਾ ਹੈ। ਬਸ ਤੁਸੀਂ ਇਹਨਾਂ ਜੋ ਟਿਪਸ ਤੁਹਾਨੂੰ ਦਿੱਤੇ ਗਏ ਉਸ ਨੂੰ ਅਪਣਾਉਣ ਦੀ ਲੋੜ ਹੈ। ਇੱਥੇ ਡਾਕਟਰ ਸਾਹਿਬ ਹੁਣ ਅਗਲੇ ਕਿਸਾਨ ਵੀਰ ਵੀ ਸਾਡੇ ਨਾਲ ਜੁੜ ਚੁੱਕੇ ਨੇ, ਉਹਨਾਂ ਦਾ ਸਵਾਲ ਵੀ ਜਾਣਦੇ ਹਾਂ। ਹਾਂਜੀ, ਕੀ ਨਾਂ ਜੀ ਤੁਹਾਡਾ, ਕਿੱਥੋਂ ਬੋਲ ਰਹੇ ਹੋ? ਸਤਿ ਸ੍ਰੀ ਅਕਾਲ ਡਾਕਟਰ ਸਾਹਿਬ, ਮੇਰਾ ਨਾਮ ਜਸਵਿੰਦਰ ਸਿੰਘ ਹੈ ਜੀ, ਪਿੰਡ ਅਰਨੀਵਾਲਾ, ਡਿਸਟ੍ਰਿਕਟ ਫਾਜ਼ਿਲਕਾ ਤੋਂ ਗੱਲ ਕਰ ਰਹੇ ਜੀ। ਜਸਵਿੰਦਰ ਜੀ, ਆਪਣਾ ਸਵਾਲ ਪੁੱਛੋ। ਡਾਕਟਰ ਸਾਹਿਬ, ਜਿਸ ਤਰ੍ਹਾਂ ਤੁਸੀਂ ਵਿਟਾਮਿਨ ਅਤੇ ਮਿਨਰਲ ਦੀ ਗੱਲ ਕੀਤੀ ਆ, ਉਹ ਕਿਹੜੇ ਵਿਸ਼ੇਸ਼ ਮਿਨਰਲ ਜਾਂ ਵਿਟਾਮਿਨ ਹਨ ਜੋ ਐਨਇਸਟਸ ਵਿੱਚ ਮਦਦਗਾਰ ਹੁੰਦੇ ਹਨ? ਜਿਹੜਾ ਮਿਨਰਲ ਮਿਕਸਚਰ ਆਉਂਦੇ ਨੇ ਜੀ ਮਾਰਕੀਟ ਦੇ ਵਿੱਚ, ਬਹੁਤ ਤਰ੍ਹਾਂ ਦੇ ਮਿਨਰਲ ਮਿਕਸਚਰ ਅੱਜ ਕੱਲ੍ਹ ਮਾਰਕੀਟ 'ਚ ਆਉਂਦੇ ਆ। ਨਾਰਮਲ ਮਿਨਰਲ ਆਉਂਦੇ ਆ, ਚਿਲੇਸ਼ਨ ਵਾਲੇ ਆਉਂਦੇ ਆ,
ਪਰ ਸਾਡੇ ਕਿਸਾਨ ਵੀਰਾਂ ਨਾਲ ਇਸ ਮਿਨਰਲ ਦੇ ਨਾਲ ਬੜੀ ਲੁੱਟ-ਖਸੁੱਟ ਹੁੰਦੀ ਹੈ, ਕਿਉਂਕਿ ਮਿਨਰਲ ਦੇ ਵਿੱਚ ਬਹੁਤ ਸਾਰੀਆਂ ਅਨਨੈਸੈਸਰੀ ਚੀਜ਼ਾਂ ਵੀ ਹੁੰਦੀਆਂ ਜਿਹੜੀਆਂ ਸ਼ੋਅ ਕਰਕੇ ਤੇ ਫਾਰਮਰਾਂ ਨੂੰ ਦਿੱਤੀਆਂ ਜਾਂਦੀਆਂ ਵੀ ਆ। ਪਰ ਜੇ ਆਪਾਂ ਖਾਸ ਕਰਕੇ ਐਨਲਿਸਟਰਸ ਜਾਂ ਰਿਪੀਟ ਬਰੀਡਿੰਗ ਦੀ ਗੱਲ ਕਰੀਏ ਤਾਂ ਉਹਦੇ ਵਿੱਚ ਕੁਝ ਖਾਸ ਮਿਨਰਲ ਜਾਂ ਵਿਟਾਮਿਨਸ ਦੀ ਸਾਨੂੰ ਜ਼ਰੂਰਤ ਹੁੰਦੀ ਹੈ। ਜਿਸ ਤਰ੍ਹਾਂ ਆਪਾਂ ਮਿਨਰਲਸ ਦੀ ਗੱਲ ਕਰੀਏ, ਆਇਓਡੀਨ ਹੋ ਗਿਆ, ਕਾਪਰ ਹੋ ਗਿਆ, ਕੋਬਾਲਟ ਹੋ ਗਿਆ, ਇਸ ਤੋਂ ਇਲਾਵਾ ਫਾਸਫੋਰਸ ਤੇ ਜ਼ਿੰਕ। ਇਹਨਾਂ ਵਿੱਚੋਂ ਅਹਿਮ ਆ ਫਾਸਫੋਰਸ ਤੇ ਜ਼ਿੰਕ ਸਾਡੇ ਪਸ਼ੂਆਂ ਨੂੰ ਬਹੁਤ ਜ਼ਰੂਰੀ ਹੈ ਜੇ ਸਾਡੇ ਪਸ਼ੂਆਂ 'ਚ ਐਨਲਿਸਟਰਸ ਦੀ ਦਿੱਕਤ ਹੈ। ਮਿਨਰਲ ਦੀ ਗੱਲ ਕਰੀਏ ਤਾਂ ਜੇ ਵਿਟਾਮਿਨਸ ਦੀ ਗੱਲ ਕਰੀਏ ਤਾਂ ਵਿਟਾਮਿਨ A, D ਅਤੇ E, ਇਹ 3 ਵਿਟਾਮਿਨ ਇਹੋ ਜਿਹੇ ਆ ਜਿਹੜੇ ਰੀਪਰੋਡਕਸ਼ਨ ਨਾਲ ਜੁੜੇ ਹੋਏ ਨੇ ਤੇ ਸਾਡੇ ਫਾਰਮਰ ਵੀਰਾਂ ਨੂੰ ਇਹਨਾਂ ਦੀ ਜ਼ਰੂਰਤ ਹੁੰਦੀ ਹੈ ਆਪਣੇ ਪਸ਼ੂਆਂ ਨੂੰ ਦੇਣ ਲਈ। ਪਰ ਮਾਰਕੀਟ ਵਿੱਚ ਕੀ ਦੇਖਿਆ ਜਾਂਦਾ ਵੀ ਬਹੁਤ ਪ੍ਰਕਾਰ ਦੇ ਮਿਨਰਲ ਆਉਂਦੇ ਆ, ਫਾਰਮਰ ਇਹ ਸਮਝ ਨਹੀਂ ਪਾਉਂਦਾ ਮੈਂ ਕਿਹੜਾ ਮਿਨਰਲ ਲਵਾਂ। ਤਾਂ ਸਭ ਤੋਂ ਪਹਿਲਾਂ ਆਪਾਂ ਨੂੰ ਕੰਪੋਜੀਸ਼ਨ ਦੇਖਣੀ ਚਾਹੀਦੀ ਹੈ ਕਿ ਸਾਡੇ ਜਿਹੜਾ ਅਸੀਂ ਮਿਨਰਲ ਮਿਕਸਚਰ ਲੈ ਰਹੇ ਹਾਂ, ਧਾਤਾਂ ਦਾ ਚੂਰਾ ਲੈ ਰਹੇ ਹਾਂ, ਉਹਦੇ ਵਿੱਚ ਜ਼ਿੰਕ ਕਿੰਨੀ ਮਾਤਰਾ 'ਚ ਹੈ, ਫਾਸਫੋਰਸ ਕਿੰਨੀ ਮਾਤਰਾ 'ਚ ਹੈ। ਜੇ ਜ਼ਿੰਕ ਆ ਤਾਂ ਉਹ ਜ਼ਿੰਕ ਆਰਗੈਨਿਕ ਫਾਰਮ 'ਚ ਆ ਕਿ ਇਨਆਰਗੈਨਿਕ ਫਾਰਮ 'ਚ ਆ। ਜੇ ਆਰਗੈਨਿਕ ਫਾਰਮ 'ਚ ਹੋਊਗਾ ਤਾਂ ਉਹ ਜ਼ਿਆਦਾ ਰਿਜ਼ਲਟ ਦੇਊਗਾ। ਇਸ ਤੋਂ ਇਲਾਵਾ ਜਿਹੜੇ ਵਿਟਾਮਿਨਸ ਦੇਖੇ ਆ, ਵਿਟਾਮਿਨ A ਕਿੰਨਾ, ਉਹਦੇ 'ਚ ਵਿਟਾਮਿਨ D ਕਿੰਨਾ, ਵਿਟਾਮਿਨ E ਕਿੰਨਾ, ਇਹਨਾਂ ਦੀ ਕੰਪੋਜੀਸ਼ਨ ਦੇਖ ਕੇ ਹੀ ਵਿਟਾਮਿਨ ਮਿਨਰਲ ਲਓ। ਅਦਰਵਾਈਜ਼ ਕਈ ਵਾਰ ਸਕੀਮਾਂ ਚੱਲਦੀਆਂ ਹੁੰਦੀਆਂ ਵੀ 5 ਕਿਲੋ ਮਿਨਰਲ ਲੈ ਲਓ, ਨਾਲ ਇੱਕ ਬੱਠਲ ਫਰੀ ਹੈ, 5 ਕਿਲੋ ਮਿਨਰਲ ਲੈ ਲਓ, ਇਹਦੇ ਨਾਲ ਕੋਈ ਬਾਲਟੀ ਫਰੀ ਹੈ। ਉਹੋ ਜਿਹੀਆਂ ਚੀਜ਼ਾਂ ਤੋਂ ਆਪਾਂ ਗਰੇਜ਼ ਕਰਨਾ, ਉਹ ਚੀਜ਼ਾਂ ਨਹੀਂ ਲੈਣੀਆਂ, ਕਿਉਂਕਿ ਦੇਖਣ ਨੂੰ ਮਿਨਰਲ ਇੱਕ ਪਾਊਡਰ ਆ, ਉਹਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਪਾਈਆਂ ਹੁੰਦੀਆਂ, ਪਰ ਜਿਹੜੇ ਮਾਈਕਰੋ ਤੇ ਮੈਕਰੋ ਨਿਊਟ੍ਰੀਐਂਟਸ ਆ ਸਾਨੂੰ ਉਹਨਾਂ ਦੀ ਦੇਖਣ ਦੀ ਜ਼ਰੂਰਤ ਹੁੰਦੀ ਵੀ ਸਾਨੂੰ ਚਾਹੀਦਾ ਕੀ ਹੈ। ਇਸ ਲਈ ਮੈਂ ਦੁਬਾਰਾ ਦੱਸਦਾ ਵੀ ਜਿਹੜੇ ਮਿਨਰਲ ਤੇ ਵਿਟਾਮਿਨ ਦੀ ਆਪਾਂ ਗੱਲ ਕਰਦੇ ਹਾਂ, ਮਿਨਰਲਸ ਦੇ ਵਿੱਚ ਸਾਨੂੰ ਜ਼ਿੰਕ ਤੇ ਫਾਸਫੋਰਸ ਦੀ ਜ਼ਰੂਰਤ ਕਾਫੀ ਹੁੰਦੀ ਹੈ। ਇਸ ਤਰ੍ਹਾਂ ਕਾਪਰ, ਕੋਬਾਲਟ ਹੋ ਗਿਆ, ਆਇਰਨ ਹੋ ਗਿਆ, ਆਇਓਡੀਨ ਹੋ ਗਿਆ, ਇਹ ਵੀ ਚਾਹੀਦੇ ਆ। ਤੇ ਵਿਟਾਮਿਨਸ ਦੇ ਵਿੱਚ ਵਿਟਾਮਿਨ A, D ਤੇ E, ਇਹ ਜਿਹੜੇ ਐਨਿਸਟਰਸ ਨਾਲ ਜਾਂ ਆਪਾਂ ਕਹ ਲਈਏ ਰੀਪਰੋਡਕਸ਼ਨ ਨਾਲ ਜੁੜੇ ਹੋਏ ਵਿਟਾਮਿਨਸ ਹੈ, ਇਹਨਾਂ ਦੀ ਸਾਨੂੰ ਜ਼ਰੂਰਤ ਹੈ। ਫਿਰ ਇਹਨਾਂ ਦੀ ਅੱਗੇ ਚਲੇਸ਼ਨ ਕਿੱਦਾਂ ਕੀਤੀ ਹੈ, ਜੇ ਚਲੇਟਡ ਸਾਨੂੰ ਮਿਲਦੇ ਆ ਤਾਂ ਉਦੋਂ ਵੀ ਬੈਟਰ ਆ। ਠੀਕ ਹੈ ਜੀ, ਇਹਨਾਂ ਚੀਜ਼ਾਂ ਦਾ ਆਪਾਂ ਨੂੰ ਧਿਆਨ ਰੱਖਣਾ ਚਾਹੀਦਾ ਕਿ ਜਿਹੜੇ ਚੀਜ਼ਾਂ ਦੀ ਸਾਡੇ ਪਸ਼ੂਆਂ ਨੂੰ ਜ਼ਰੂਰਤ ਹੈ ਉਹੀ ਮਿਨਰਲ ਅਸੀਂ ਆਪਣੇ ਪਸ਼ੂਆਂ ਨੂੰ ਦਈਏ, ਨਾ ਕਿ ਕਿਸੇ ਸਕੀਮ ਨਾਲ ਜੁੜ ਕੇ ਕੋਈ ਮਿਨਰਲ ਬਾਜ਼ਾਰ 'ਚੋਂ ਲਿਆ ਕੇ ਪਾਈਏ। ਬਿਲਕੁਲ, ਲਾਲਚ ਜਿਹੜਾ ਹੈ ਉਹ ਵੀ ਤੁਹਾਡਾ ਨੁਕਸਾਨ ਕਰ ਸਕਦਾ ਹੈ। ਤੇ ਜਿਵੇਂ ਡਾਕਟਰ ਸਾਹਿਬ ਨੇ ਡਿਟੇਲ 'ਚ ਵਿਸਤਾਰਪੂਰਵਕ ਜਾਣਕਾਰੀ ਦਿੱਤੀ ਹੈ, ਉਸ ਦਾ ਤੁਸੀਂ ਜ਼ਰੂਰ ਧਿਆਨ ਰੱਖਣਾ ਹੈ। ਤੇ ਇੱਥੇ ਵੇਲੇ ਇੱਕ ਹੋਰ ਛੋਟੇ ਜਿਹੇ ਬ੍ਰੇਕ ਦਾ ਹੈ। ਤੁਸੀਂ ਵੇਖਦੇ ਰਹੋ ਅਸੀਸ ਡੇਅਰੀ ਫਾਰਮ ਹੈਲਪਲਾਈਨ ਸੀਜ਼ਨ 3। ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ। ਤੁਸੀਂ ਵੇਖ ਰਹੇ ਹੋ ਅਸੀਸ ਡੇਅਰੀ ਫਾਰਮ ਹੈਲਪਲਾਈਨ ਸੀਜ਼ਨ 3। ਤੇ ਅਗਾਂਹਵਧੂ ਪਸ਼ੂ ਪਾਲਕ ਆਪਣੀ ਅਗਾਂਹਵਧੂ ਸੋਚ ਦੇ ਨਾਲ ਆਪ ਤੇ ਅੱਗੇ ਵੱਧਦਾ ਹੈ, ਬਲਕਿ ਬਾਕੀ ਕਿਸਾਨ ਵੀਰਾਂ ਲਈ ਵੀ ਚਾਨਣ ਮੁਨਾਰਾ ਬਣਦਾ ਹੈ। ਤੇ ਅਜਿਹੇ ਇੱਕ ਪਸ਼ੂ ਪਾਲਕ ਨਾਲ ਕਰਾਉਣੇ ਹਾਂ ਤੁਹਾਡੀ ਮੁਲਾਕਾਤ। ਹੁਣ ਤਾਂ ਜੀ ਪਿੱਛੇ ਜੇ ਤੋਂ ਓਲੰਪਿਕ ਸਕਿਨ ਤੋਂ ਬਹੁਤ ਔਖਾ ਖੇੜਾ ਛਡਾਇਆ ਜੀ, ਮਤਲਬ ਉਹਦੇ ਵਾਸਤੇ ਬਹੁਤ ਪਰੇਸ਼ਾਨੀ, ਜਾਂ ਡੰਗਰਾਂ ਦੀ ਡੈਥ ਵੀ ਹੋਈ ਜੀ, ਉਹਦੇ ਵਾਸਤੇ ਸਰਕਾਰ ਨੇ ਕੋਈ ਮੁਆਵਜ਼ਾ ਨਹੀਂ ਦਿੱਤਾ ਜੀ, ਕੋਈ ਮਤਲਬ ਸਾਡੀ ਸਹਾਇਤਾ ਨਹੀਂ ਕੀਤੀ ਜੀ ਉਸ ਟਾਈਮ। ਤੇ ਇੱਕ ਅਸੀਸ ਫੀਡ ਸੀ ਜਿਹੜੀ ਸਾਨੂੰ ਮੌਕੇ ਤੇ ਮਿਲਦੀ ਰਹੀ ਜੀ, ਤੇ ਮੌਕੇ ਤੇ ਸਾਨੂੰ ਮਤਲਬ ਵੀ ਪਰੇਸ਼ਾਨੀ ਦੇ ਵਿੱਚ ਵੀ ਸਾਡੀ ਸਹਾਇਤਾ ਕਰਦੇ ਰਹੇ ਜੀ। ਫੀਡ ਜਿਹੜੀ ਆ ਸਾਨੂੰ ਮਤਲਬ ਵੀ ਪ੍ਰੋਪਰ ਡਾਕਟਰ ਵੀ ਨਾਲ ਮੁਹੱਈਆ ਕਰਾਉਂਦੇ ਆ ਜੀ, ਤੇ ਸਾਡਾ ਜਿਹੜਾ ਮਤਲਬ ਡਾਈਟ ਪਲਾਨ ਆ ਉਹ ਵੀ ਸਾਨੂੰ ਆਣ ਕੇ ਦੱਸਦੇ ਆ ਜੀ, ਮਤਲਬ ਟਾਈਮ ਤੇ ਸਾਡੇ ਨਾਲ ਮਤਲਬ ਇਹ ਜੁੜੇ ਹੋਏ ਆ ਜੀ। ਜਿਹੜੇ ਮਤਲਬ ਡੰਗਰ ਬੋਲਦੇ ਨਹੀਂ, ਜਦੋਂ ਮਤਲਬ ਵੀ ਉਹ ਹੀਟ ਦੇ ਵਿੱਚ ਨਾ ਆਉਣਗੇ ਜੀ, ਤੇ ਉਹਦੇ ਨਾਲ ਸਾਨੂੰ ਪਰੇਸ਼ਾਨੀ ਆਉਂਦੀ ਹੈ ਵੀ ਜੇ ਆਪਾਂ ਉਹਨੂੰ ਡਾਕਟਰ ਸਾਹਿਬ ਤੋਂ ਚੈੱਕ ਨਹੀਂ ਕਰਾਉਂਦੇ ਤੇ ਉਹਨਾਂ ਟਾਈਮ ਮਤਲਬ ਆਪਾਂ ਨੂੰ ਪਤਾ ਨਹੀਂ ਲੱਗਦਾ ਜੀ ਵੀ ਇਹ ਡੰਗਰ ਮਤਲਬ ਗੱਭਣ ਹੋਇਆ ਕਿ ਨਹੀਂ ਹੋਇਆ ਜੀ। ਕਿਸਾਨ ਵੀਰਾਂ ਨੂੰ ਕਹਾਂਗੇ ਜੀ ਵਧੀਆ ਫੀਡ ਪਾਓ ਜੀ, ਅਸੀਸ ਫੀਡ ਪਾਓ, ਨਾਲ ਮਿਨਰਲ ਮਿਕਸਚਰ ਪਾਓ ਜੀ, ਨਾਲ ਮੰਨ ਲਓ ਧਾਤਾਂ ਦਾ ਚੂਰਾ ਪਾਓ ਜੀ, ਤੇ ਜਿਹੜੇ ਪਸ਼ੂ ਹੀਟ 'ਚ ਨਹੀਂ ਆਉਂਦੇ ਵੀ ਉਹਨਾਂ ਦਾ ਖਾਸ ਖਿਆਲ ਰੱਖਿਆ ਜਾਵੇ। ਤੁਹਾਡੀ ਅਗਾਂਹਵਧੂ ਸੋਚ ਨੂੰ ਤਾਂ ਸਾਡਾ ਹਰ ਵੇਲੇ ਸਲਾਮ ਹੈ। ਤੇ ਅੱਜ ਦਾ ਜੋ ਵਿਸ਼ਾ ਹੈ ਪਸ਼ੂਆਂ ਦੀ ਅਹਿਮ ਬਿਮਾਰੀ ਐਨੀਸਟਸ ਯਾਨੀ ਪਸ਼ੂਆਂ ਦਾ ਹੀਟ ਵਿੱਚ ਨਾ ਆਉਣਾ, ਉਸ ਨਾਲ ਜੁੜੇ ਜੋ ਮੁੱਖ ਪੁਆਇੰਟਸ ਨੇ ਉਸ ਉੱਤੇ ਮੁੜ ਤੋਂ ਇੱਕ ਵਾਰ ਝਾਤ ਪਾਉਂਦੇ ਹਾਂ। ਬਈ ਇਹਨਾਂ ਮੁੱਖ ਪੁਆਇੰਟਸ ਦਾ ਵੀ ਤੁਸੀਂ ਜ਼ਰੂਰ ਰੱਖਿਓ ਧਿਆਨ। ਡਾਕਟਰ ਸਾਹਿਬ ਬਹੁਤ ਬਹੁਤ ਧੰਨਵਾਦ ਤੁਹਾਡਾ ਸਾਡੇ ਨਾਲ ਜੁੜਨ ਲਈ, ਤੇ ਬਹੁਤ ਹੀ ਅਹਿਮ ਮੁੱਦੇ ਤੇ ਤੁਸੀਂ ਬਹੁਤ ਹੀ ਵਿਸਤਾਰਪੂਰਵਕ ਜਾਣਕਾਰੀ ਦਿੱਤੀ। ਬਹੁਤ ਬਹੁਤ ਧੰਨਵਾਦ। ਤੇ ਅਗਲੇ ਹਫਤੇ ਦਾ ਸਾਡਾ ਵਿਸ਼ਾ ਹੈ ਕਿ ਲਿਵਰ ਦੀ ਸਿਹਤ ਹੈ ਜ਼ਰੂਰੀ ਸਿਹਤਮੰਦ ਪਸ਼ੂਆਂ ਲਈ। ਇਸ ਮੁਤਲਕ ਜੋ ਵੀ ਤੁਹਾਡੇ ਸਵਾਲ ਨੇ, ਇਹ ਜੋ ਨੰਬਰ ਤੁਹਾਡੀ ਸਕਰੀਨ ਤੇ ਆ ਰਿਹਾ ਹੈ ਜੋ ਕਿ ਹੈ 8699037369, ਇਸ ਉੱਤੇ ਮਿਸਡ ਕਾਲ ਕਰਨੀ ਜਾਂ WhatsApp ਕਰਨਾ ਨਾ ਭੁੱਲਿਓ। ਸਾਡੀ ਟੀਮ ਤੁਹਾਡੇ ਨਾਲ ਸੰਪਰਕ ਕਰੇਗੀ ਅਤੇ ਇਸ ਵਿਸ਼ੇ ਨਾਲ ਜੁੜੇ ਤੁਹਾਡੇ ਸਵਾਲ ਜਾਣੇਗੀ। ਬਾਕੀ ਆਪਣਾ ਤੇ ਆਪਣੇ ਪਸ਼ੂਆਂ ਦਾ ਚੰਗੀ ਤਰ੍ਹਾਂ ਧਿਆਨ ਰੱਖਿਓ। ਅਗਲੇ ਹਫਤੇ ਫਿਰ ਹੋਵੇਗੀ ਮੁਲਾਕਾਤ, ਤਦ ਤੱਕ ਦੇ ਲਈ ਰੱਬ ਰਾਖਾ।